सैनिटरी वर्कर्स बशमूल फैसलाबाद वेस्ट मैनेजमेंट कंपनी को मुतअद्दिद चैलेंजेस का सामना है। नेशनल कमीशन फॉर ह्यूमन राइट्स पाकिस्तान की रिपोर्ट्स इस बात पर रोशनी डालती हैं कि वो अक्सर मुनासिब अफाज इक़दामात और कानूनी तहफ़्फ़ुज़ात के बगैर काम के ख़तरनाक हालात को बर्दाश्त करते हैं। इसमें पेशावराना हिफाजत और सेहत के मेयारात की कमी, नाकाफ़ी मुआवजा और समाजी अखराज शामिल है। मज़ीद बरा हस्पताल के फजले को आम फजले के साथ मिलाने के मिसाइल हैं, जिससे सेहत को खतरात लाहक हैं। आइए आपको एक सैनिटरी वर्कर से मिलवाते हैं और उनसे जानते हैं कि उन्हें किन मुश्किलात का सामना है। मैं सरफराज मसीह FWMC सैनिटरी वर्कर, तो मैं नौकरी करना तो मेरे थोड़े हालात होंगे ने, तो मैं इसकी वजह ना अदारे वाले ने कहा कि मेरी मदद करो। मेरा बड़ा बेटा जो ना स्कूल छड़ बैठा हो 17 साल लगा, मैनू 12-13 साल हो गए हैं FWMC के सैनिटरी वर्कर में काम करते हैं। तो मैं सुबह 4:30 बजे काम पे जाना, 4:45 बजे तक झाड़ू फेरना शुरू कर देना। उस तो बाद मैं घर आना, घर आके रेस्ट करना, तो पार्ट टाइम मैं काम जिसकी वजह मेरे हालात बहुत टाइट हैं। तो मैं चाहना कि मेरी बेटी का बच्चा जो छोटा है ना स्कूल दाखिल हो, स्कूल डाल कर ताकि बड़े मुंडे को स्कूल ना छड़। मेरे वालद साहब भी ਜਿਹੜੇ ਸੀ ਮਹਿਕਮਾ ਬਹਿਬੂਦੇਬਾਦੀ ਦੇ ਵਿੱਚ ਸਨ ਸੈਂਟਰੀ ਵਰਕਰ, ਤੇ ਉੱਥੋਂ ਰਿਟਾਇਰ ਹੋਏ ਸਨ। ਠੀਕ ਹੈ, ਉਹਨਾਂ ਦਾ ਨਾਮ ਮੁਗਲ ਮਸੀਹ ਮੇਰੇ ਵਾਲਦ ਸਾਹਿਬ ਦਾ। ਠੀਕ ਹੈ, ਤੇ ਮੈਂ ਖੁਸ਼ ਹੋ ਕੇ ਝਾੜੂ ਨਹੀਂ ਫੇਰਨਾ ਚਾਹੁੰਦਾ ਹਾਂ। ਮੈਂ ਮਜਬੂਰੀ ਦੇ ਤਹਿਤ ਫਿਰ ਮੈਨੂੰ ਵੀ ਝਾੜੂ ਆਪਣੇ ਵਾਲਦ ਸਾਹਿਬ ਨੂੰ ਫਿਰ ਸੈਂਟਰੀ ਵਰਕਰ ਬਣਨਾ ਪਿਆ। ਫਿਰ ਮੈਂ ਬੱਚਿਆਂ ਦੀ ਖਾਤਰ ਝਾੜੂ ਫੜ ਕੇ ਕੰਮ ਕਰਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਮਿਹਨਤ ਕੀਤੀ ਹੈ। ਮਿਹਨਤ ਤੋਂ ਇਲਾਵਾ ਮੈਂ ਅੱਜ ਤੱਕ ਨਹੀਂ ਕਿਸੇ ਕੋਲ ਕਰਦਾ ਜਿਹੜਾ ਮੈਂ ਜਿੰਨੀ ਮੇਰੇ ਕੋਲ ਹੁੰਦੀ ਮੈਂ ਆਪਣੀ ਘਰ ਦੇ ਨਾਲ ਮਿਲ ਕੇ ਬਸ ਖਰਚਾ ਮਹੀਨਾ ਕੱਢ ਲੈਂਦਾ, ਔਖਾ ਸੌਖਾ ਹੋ ਕੇ ਫਿਰ ਅੱਗੋਂ ਮਿਹਨਤ 'ਤੇ ਚਲੇ ਜਾਂਦਾ, ਫਿਰ ਤਨਖਾਹ ਆਉਂਦੀ ਹੈ, ਫਿਰ ਘਰ ਦਾ ਸਿਰ ਪਰ ਚਲਾਉਂਦਾ ਰਹਿੰਦਾ। ਅਤੇ ਕਦੀ ਪਿੰਡਾਂ ਨਹੀਂ ਅਤੇ ਕਦੀ ਜ਼ਿੰਦਗੀ ਦੀ ਜੰਗ ਸਾਰੇ ਲੜਦੇ ਆਏ ਲੜਦੇ ਰਹਿਣਾ ਜ਼ਿੰਦਗੀ ਤੱਕ ਸਾਥ ਚੱਲਦੇ ਪਏ। ਮੈਂ ਇਹ ਨਹੀਂ ਚਾਹੁੰਦਾ ਕਿ ਮੇਰੇ ਜਿੱਦਾਂ ਵੱਡੇ ਮੁੰਡੇ ਮੇਰੇ ਨੇ ਸਕੂਲ ਛੱਡਿਆ ਅਤੇ ਉਹ ਹੁਣ ਸਫਾਈ ਦਾ ਕੰਮ ਮੇਰੇ ਵਾਂਗੂ ਉਹ ਵੀ ਕਰਨ ਦੇ ਲੱਗਦੇ। ਅਤੇ ਮੈਂ ਇਹ ਚਾਹੁੰਦਾ ਵਾਂ ਕਿ ਮੇਰਾ ਹੁਣ ਛੋਟੇ ਜਿਹੜੇ ਬੱਚੇ ਨੇ ਨਾ ਜੌਨ ਅਤੇ ਈਵਾ, ਉਹ ਹਾਲੇ 4-4 ਸਾਲ ਦੇ ਅਤੇ 5-5, 6-6 ਸਾਲ ਦੇ ਨੇ। ਹਾਲੇ ਸਕੂਲ ਦਾਖਲ ਕਰਾਇਆ ਸੀ, ਮਗਰ ਮੇਰੀ ਨਾ ਹਾਲਾਤ ਇੰਨੇ ਦੇ ਸੀ ਕਿ ਮੇਰੇ ਕੋਲ ਉਹਦੀਆਂ ਫੀਸਾਂ ਨਹੀਂ ਦਿੱਤੀਆਂ ਗਈਆਂ ਸੈਂਟਰ ਸਕੂਲ। ਅਤੇ ਮੇਰੀ ਬੀਵੀ ਦਾ ਨਾਮ ਰਿਫਤ ਹੈ। ਰਿਫਤ ਅਤੇ ਜਦੋਂ ਮੇਰਾ ਵੱਡਾ ਬੇਟਾ ਹੋਇਆ 8 ਦੇ ਵਿੱਚ ਪੈਦਾ, ਉਸ ਤੋਂ ਬਾਅਦ ਮੇਰੇ ਹਾਲਾਤ ਇੰਨੇ ਦੇ ਗਰੀਬ ਸਨ ਅਤੇ ਮੇਰੀ ਘਰ ਦੀ ਉਹਨਾਂ TB ਹੋ ਗਈ। ਫਿਰ ਮੈਂ 15-16 ਦੇ ਵਿੱਚ ਨਾ ਉਹਦਾ ਇਲਾਜ ਕਰਾਇਆ ਲੈਟ ਹਸਪਤਾਲੋਂ। ਲੈਟ ਵਾਲਿਆਂ ਕੋਲ ਪਹਿਲਾਂ ਬਾਬਾ ਦਿਨ ਕਰਵਾਇਆ, ਫਿਰ ਉਹਨਾਂ ਨੇ ਭੇਜਿਆ ਮੈਨੂੰ ਸਿਵਲ ਦੇ ਵਿੱਚ ਵੀ ਟਰੀਟਮੈਂਟ ਕਰਾਈ। 10 ਮਹੀਨੇ ਮੈਂ ਦਵਾਈ ਖਵਾਈ TB ਦੀ, ਫਿਰ ਬਿਹਤਰ ਹੋਇਆ। ਫਿਰ 18 'ਚ ਮੈਨੂੰ ਖੁਦਾ ਨੇ ਜੋੜ ਦਿੱਤਾ, ਫਿਰ 22 'ਚ ਈਵਾ ਦਿੱਤੀ। ਅਤੇ ਸ਼ੁਕਰ ਮੈਂ ਕਰਨਾ ਯਿਸੂ ਨਾਸਰੀ ਦਾ ਆਪਣੇ ਮੇਰੀ ਫੈਮਿਲੀ ਨੂੰ ਮੁਕੰਮਲ ਕੀਤੀ ਹੈ। ਅਤੇ ਮੇਰੀ ਹੁਣ ਇਲਤਮਾਸ ਇਹ ਹੈ ਕਿ ਮੈਂ ਜਿੱਦਾਂ ਮੇਰਾ ਵੱਡੇ ਬੇਟੇ ਨੇ ਨਾ ਸਕੂਲ ਛੱਡਿਆ ਨਾ, ਮੈਂ ਨਹੀਂ ਚਾਹੁੰਦਾ ਸਲਾਦ ਦੇ ਹੋਣਗੇ ਅਤੇ ਈਵਾ ਸਕੂਲ ਛੱਡਣ ਅਤੇ ਮੇਰੇ ਵਾਂਗੂ ਉਹ ਵੀ ਕਿਤੇ ਸਫਾਈ ਦਾ ਕੰਮ ਕਰਨ। ਮੈਂ ਚਾਹੁੰਦਾ ਕਿ ਇਹ ਵੀ ਪੜ੍ਹਨ ਅਤੇ ਅੱਗੇ ਵਧਣ। ਬਸ ਮੈਂ ਇਹ ਚਾਹੁੰਦਾ। ਮੈਂ ਅਕਸਰ ਸੋਚਦਾ ਜਦੋਂ ਮੈਂ ਝਾੜੂ ਫੇਰਨਾ ਨਾ ਅਤੇ ਘੱਟਾ ਉੱਡਦਾ ਨਾ, ਜਦੋਂ ਘੱਟਾ ਉੱਡਦਾ ਮੇਰੀ ਮੈਂ ਖਾਂਸੀ ਕਰਨਾ ਨਾ ਜਦੋਂ ਠੋਕਣਾ ਵਾ ਅਤੇ ਮੇਰੀ ਮੂੰਹ ਦੇ ਵਿੱਚੋਂ ਅਤੇ ਮੇਰੀ ਜੀਭ ਦੇ ਵਿੱਚੋਂ ਨਾ ਕਾਲੀ ਮਿੱਟੀ ਨਿਕਲਦੀ ਵਿੱਚੋਂ ਬਾਹਰ। ਅਤੇ ਹੋਰਾਂ ਲਈ ਮੈਂ ਸੁਣਨਾ ਵਾ ਕਈਆਂ ਨੂੰ ਨਾ ਸਾਂਸ ਦੀ ਪ੍ਰੋਬਲਮ ਹੋ ਜਾਂਦੀ ਹੈ, ਦਮੇ ਦੀ ਪ੍ਰੋਬਲਮ ਹੋ ਜਾਂਦੀ ਹੈ, ਕਈਆਂ ਨੂੰ ਕੋਈ ਹੋਰ ਹੀ ਬਿਮਾਰੀ ਲੱਗ ਜਾਂਦੀ ਹੈ ਵਿਚਾਰਿਆਂ ਨੂੰ। ਅਤੇ ਜਿਹੜੀ ਮਿੱਟੀ ਜਿਹੜੀ ਉੱਡ ਕੇ ਚੜ੍ਹਦੀ ਨਾ ਸਾਨੂੰ, ਉਹਦੇ ਨਾਲ ਕਹਿੰਦਾ ਵੀ ਅਸੀਂ ਕਾਫੀ ਬਿਮਾਰ ਹੋ ਜਾਂਦੇ ਹਾਂ। ਸਾਡੇ ਗਲੇ ਪੱਠੇ ਹਰ ਚੀਜ਼ ਨੂੰ ਪੈ ਜਾਂਦੀ ਗਰਮੀ ਇਨਫੈਕਸ਼ਨ ਜਿਹੜਾ ਅਸੀਂ ਮੈਂ ਖੁਸ਼ ਹੋ ਕੇ ਨਹੀਂ ਕਰਨਾ ਚਾਹੁੰਦਾ ਹਾਂ। ਮੈਂ ਬਸ ਮੇਰੇ ਬੱਚੇ ਸੀ, ਫਿਰ ਇੱਥੇ ਕੋਈ ਜਗ੍ਹਾ ਹੀ ਇੰਝ ਹੈ ਕਿ ਸਾਨੂੰ ਮਸੀਹ ਜਿਹੜਾ ਨਹੀਂ ਪੜ੍ਹਿਆ ਉਹਨੂੰ ਬਸ ਝਾੜੂ ਫੜਨਾ ਪੈਂਦਾ। ਹੋਰ ਕੰਮ ਦੇ ਵਿੱਚ ਸਾਨੂੰ ਇੰਨੀ ਸੈਲਰੀ ਨਹੀਂ ਦਿੰਦੇ, ਜਿਹਦੀ ਵਜ੍ਹਾ ਨਾਲ ਸਾਨੂੰ ਮੈਂ ਝਾੜੂ ਫੜਨਾ ਪੈਂਦਾ ਤਾਂ ਕਿ ਇਸੇ ਨਾਲ ਥੋੜ੍ਹਾ ਜਿਹਾ ਘਰ ਸਾਡਾ ਚੱਲ ਸਕੇ। ਬਿਜਲੀ ਦਾ ਬਿੱਲ, ਉਹ ਖਾਣ ਪੀਣ ਦਾ ਬਿੱਲ। ਮੇਰੀ ਇਲਤਮਾਸ ਹੈ ਆਪਣੇ ਅਦਾਰੇ ਦੇ ਅੱਗੇ ਕਿ ਉਹਨਾਂ ਸਾਨੂੰ ਵੀ ਸਿਕਿਉਰਟੀ ਕਾਰਡ ਬਣਾ ਕੇ ਸਿਕਿਉਰਟੀ
ਸੋਸ਼ਲ ਸਪੋਰਟੀ ਵਿੱਚ ਸਾਨੂੰ ਵੀ ਟ੍ਰੀਟਮੈਂਟ ਕਰਾਉਣ ਲਈ ਜਗ੍ਹਾ ਤੇ ਮੈਡੀਕਲ ਤਾਂ ਕਈ ਬਿਮਾਰ ਹੋ ਜੇ ਸਾਨੂੰ ਉੱਥੇ ਨਾ ਆਪਣਾ ਕਾਰਡ ਵਿਖਾ ਕੇ ਜਾ ਕੇ ਇਲਾਜ ਕਰਵਾ ਸਕੀਏ। ਮੈਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸਾਡੇ ਸੈਂਟਰੀ ਵਰਕਰਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਕੋਈ ਹੋਸਟਲ ਬਣਾਇਆ ਜਾਏ, ਉਹਨਾਂ ਲਈ ਵੀ ਤੇ ਉਹਨਾਂ ਨੂੰ ਵੀ ਉਹਨਾਂ ਦੀ ਕੇਅਰ ਹੋਏ ਥੋੜ੍ਹੀ ਜਿਹੀ, ਤਾਂ ਕਿ ਉਹ ਵੀ ਅੱਗੇ ਵਧਣ। ਤਾਂ ਕਿ ਇਹ ਨਹੀਂ ਕਿ ਸਫਾਈ ਕਰਦੇ ਤੇ ਸਫਾਈ ਵਾਲੇ ਦਾ ਬੱਚਾ ਸਫਾਈ ਕਰੇ, ਇਹ ਵੀ ਨਹੀਂ ਸਹੀ। ਕੋਈ ਵੀ ਅੱਗੇ ਵੱਧ ਸਕਦਾ ਹੋਵੇ, ਉਹਨਾਂ ਲਈ ਵੀ ਇਹਨਾਂ ਜਿਹੜਾ ਅਦਾਰਾ ਬਣਾਇਆ ਜਾਏ ਤਾਂ ਕਿ ਉਹ ਵੀ ਪੜ੍ਹ ਕੇ ਅੱਗੇ ਵਧਣ। ਜਦੋਂ ਮੈਂ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਮੈਂ ਦੁਆ ਵੀ ਕਰਨਾ ਤੇ ਮੈਂ ਗੀਤ ਵੀ ਕਰਨਾ ਤੇ ਮੈਂ ਖੁਸ਼ ਵੀ ਹੁੰਦਾ, ਮੇਰਾ ਖੁਦਾ ਮੈਨੂੰ ਮਦਦ ਕਰੇਗਾ ਮੇਰੀ ਤੇ ਮੈਨੂੰ ਖੁਸ਼ ਕਰੇਗਾ। ਮੈਂ ਇਹ ਵੀ ਦੁਆ ਕਰਨਾ ਕਿ ਮੇਰੇ ਬੱਚਿਆਂ ਦੀ ਤਲੀਮ ਵੀ ਰਹੇ ਤੇ ਖੁਰਾਕ ਵੀ ਉਹਨਾਂ ਦੀ ਪੂਰੀ ਰਹੇ। ਬਾਕੀ ਜ਼ਰੂਰੀਆਤ ਦੀ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦੇ ਸਿਰ ਨਾ ਪੈਣ। ਤੇ ਮੈਂ ਇਹ ਚਾਹੁੰਦਾ ਕਿ ਬਸ ਖੁਦਾ ਮੇਰੀ ਮਦਦ ਕਰੇ ਕਿਸੇ ਦੇ ਵਸੀਲੇ ਨਾਲ। ਬਸ ਟਾਈਮ ਸਾਡੀਆਂ ਤਨਖਾਹਾਂ ਜਿਹੜੀਆਂ ਕਾਫੀ ਲੇਟ ਹੋ ਜਾਂਦੀਆਂ ਨੇ, ਈਦ ਦਾ ਪੈਕੇਜ ਦੂਜਾ ਵੀ ਕੋਈ ਹੋਰ ਵੀ। ਮੈਂ ਇਹ ਚਾਹੁੰਦਾ ਕਿ ਸਾਡਾ ਵੀ ਜਿੱਦਾਂ ਦੂਜੇਦਾਰਾਂ ਦਾ ਪੈਕੇਜ ਪਰਫੈਕਟ ਹੁੰਦਾ ਸਾਡਾ ਵੀ ਇੰਝ ਕਰੋ, ਤਾਂ ਕਿ ਸਾਨੂੰ ਪਰੇਸ਼ਾਨ ਨਾ ਹੋਣਾ ਪਏ। ਸਾਨੂੰ ਬਹੁਤ ਮੁਸ਼ਕਲਾਤ ਹੋ ਜਾਂਦੀ ਜਦੋਂ ਸਾਨੂੰ ਬੜਾ ਵਕਤ ਨਹੀਂ ਮਿਲਦੇ। ਫਿਰ ਇਹ ਕਰਦਾ ਕਿ ਹੋਰਾਂ ਕੋ ਮੰਗਦੇ ਆ, ਇਹ ਚਲਾਉਣ ਲਈ ਮਹੀਨਾ ਕੱਢਣਾ ਪੈਂਦਾ। ਕੰਮ ਤੇ ਹੋ ਹੀ ਜਾਂਦਾ ਵੀ ਬੰਦੇ ਦਾ ਕੰਮ ਡਿਊਟੀ ਦੇ ਖਲੋਈ ਦਾ ਵੀ ਆ ਕੇ ਉੱਤੇ ਆ ਕੇ ਜਦੋਂ ਬੋਲਦੇ ਨੇ ਇੱਦਾਂ ਨਹੀਂ ਇੱਦਾਂ ਕਰਨਾ ਇੱਦਾਂ ਨਹੀਂ। ਹਾਲੇ ਅਸੀਂ ਉਹਨਾਂ ਦੇ ਸੀਨੀਅਰ ਆ, ਅਸੀਂ ਝਾੜੂ ਰੋਜ਼ ਫੇਰਨਾ ਹੁੰਦਾ ਹਰ ਜਗ੍ਹਾ ਤੇ ਉੱਥੋਂ। ਸਾਨੂੰ ਪਤਾ ਹੁੰਦਾ ਕਿੱਦਾਂ ਕਰਨਾ ਹੈ ਤੇ ਜਾਣ ਕੇ ਸਾਨੂੰ ਪਰੇਸ਼ਾਨ ਕਰਦੇ ਨੇ ਉੱਤੋਂ ਆ ਕੇ ਇੱਦਾਂ ਪਹਿਲਾਂ ਉਹ ਕਰ ਲਓ ਉਹ ਕਰ ਲਓ। ਹਾਲੇ ਉਹਨਾਂ ਦਾ ਰਵੱਈਆ ਸਾਡੇ ਨਾਲ ਜਿਹੜੇ ਕੰਮ ਸਾਡੇ ਕੋਲ ਕਰਾਉਂਦੇ ਰਵੱਈਆ ਨਹੀਂ ਅੱਛਾ ਬਣਾਉਂਦੇ ਸਾਡੇ ਨਾਲ ਜਾਣ ਕੇ। ਖਲੋਤਿਆਂ ਸਾਨੂੰ ਕਹਿ ਦੇਣਗੇ ਲੰਘਦੇ ਆ ਮੋਟਰਸਾਈਕਲ ਤੇ ਗੱਡੀ ਪਾਈ ਹੁੰਦੀ ਮੈਂ ਡਿਊਟੀ ਕਰਨਾ, ਮੈਂ ਗੁੱਸਾ ਨਹੀਂ ਕਰਦਾ, ਮੈਂ ਮਸੀਹ ਆ। ਮੈਨੂੰ ਅਗਰ ਅਰਬੀ ਦੇ ਵਿੱਚ ਕਹਿ ਦਿੰਦੇ ਸਹੀ, ਮੈਂ ਬੁਰਾ ਨਹੀਂ ਮਹਿਸੂਸ ਕਰਦਾ ਉਹਦਾ। ਬਾਕੀ ਮੈਨੂੰ ਫਿਰ ਵੀ ਗੁੱਸਾ ਲੱਗਦਾ ਕਿ ਮੈਨੂੰ ਸਹੀ ਕਿਉਂ ਕਹਿਆ ਗਿਆ। ਮੈਨੂੰ ਲਫ਼ਜ਼ ਨਾਲ ਕੋਈ ਗੁੱਸਾ ਨਹੀਂ ਹੈ। ਅਰਬੀ ਦਾ ਲਫ਼ਜ਼ ਵੀ ਬੋਲਦੇ ਹਿੱਸਾ ਤਾਂ ਤੁਸੀਂ ਸਹੀ ਕਹਿ ਦਿੰਦੇ, ਮੈਂ ਬੁਰਾ ਨਹੀਂ ਮਹਿਸੂਸ ਕਰਦਾ। ਮਗਰ ਸਾਰੇ ਜਾਣ ਕੇ ਜਿਹੜੇ ਚੀੜਬਾਜ਼ੀ ਕਰਕੇ ਕਹਿਣਾ ਇਹ ਬਹੁਤ ਬੁਰਾ ਲੱਗਦਾ, ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ। ਹਲੇ ਨਾ ਆਪੀ ਵੀ ਨਹੀਂ ਸਫਾਈ ਕਰਦੇ, ਜੇ ਅਸੀਂ ਮਸੀਹ ਸਫਾਈ ਕਰਨੇ ਆ ਤੇ ਸਾਨੂੰ ਤਾਂ ਵੀ ਨਹੀਂ ਜੀਣ ਦਿੰਦੇ। ਮਸਲਾ ਇਹ ਵੀ ਇਸ ਸੋਚ ਅੱਛੀ ਕਿਉਂ ਨਹੀਂ ਬਣਾਉਂਦੇ ਪਏ ਤੇ ਸਾਡੇ ਨਾਲ ਅਸੀਂ ਇਹਨਾਂ ਦੀਆਂ ਬਾਹਾਂ ਜਿੱਥੇ ਸਾਨੂੰ ਕਹਿੰਦੇ ਸੀ ਖਲੋਣੇ ਆ, ਫਿਰ ਵੀ ਸਾਡੇ ਨਾਲ ਵਰਤਾਓ ਅੱਛਾ ਨਹੀਂ ਕਰਦੇ। ਵਰਤਾਓ ਅੱਛਾ ਕਰਨ, ਸਾਡੇ ਨਾਲ ਮੁਹੱਬਤ ਕਰਨ। ਅਸੀਂ ਕਿਹੜਾ ਕਹਿੰਦੇ ਸਾਨੂੰ ਗਲਾਸ ਮੈਨੂੰ ਦੇ ਦੇਣਾ ਕਿ ਮੈਂ ਪੀ ਲੈਣਾ। ਚਲੋ ਠੀਕ ਹੈ, ਤੁਸੀਂ ਸਾਨੂੰ ਜ਼ਿਆਦਾ ਇਹ ਵੀ ਕਿਤੇ ਪੀ ਲੈਂਦਾ, ਰੱਬ ਦੇ ਪੀ ਲੈਂਦਾ, ਬਸ ਟਾਈਮ ਲਗਾ ਲਈਦਾ, ਕੋਈ ਰੋਲਾ ਨਹੀਂ ਹੈ। ਮਗਰ ਉਹਨੂੰ ਜ਼ਿਆਦਾ ਅੱਛਾ ਕਰਨਾ ਆਪਣਾ ਸਾਡੇ ਨਾਲ। CRC ਨਿਊਜ਼ मैं उन्होंने शुक्रगुजार है कि उन्होंने साड़ी बात चुकी है। मालूमात का काबिल एतमाद जरिया CRC जुड़े रहे CRC के साथ।